अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਭੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਗੁਜ਼ਾਰਿਸ਼ ਇਹ ਸੀ ਕਿ ਉਹ ਖੱਤਰੀਆਂ ਦੀ ਨਾ ਮਾਂ ਡਿੱਗ ਪਈ ਖੂਹ 'ਚ ਤੇ ਉਹ ਖੂਹ ਦੇ ਦੁਆਲੇ ਖਲੋ ਕੇ ਤੇ ਕੂਕਾਂ ਮਾਰਨ ਲੱਗ ਪਏ। ਉਹ ਖੈਰ ਬੰਦੇ ਜੱਟ ਜਿੰਨੇ ਇਧਰੋਂ ਉਧਰੋਂ ਜ਼ਿਮੀਂਦਾਰ ਇਕੱਠੇ ਹੋਏ, ਉਹਨਾਂ ਆਖਿਆ ਜਿਹੜੇ ਬੰਦੇ ਆ ਗਏ ਰਲ ਪਏ ਉੱਥੇ, ਆਂਦੇ ਨੇ ਕਿ ਮੱਲ ਜੀ ਖੂਹ 'ਚ ਹੁਣ ਤੁਸਾਂ ਵੜਨਾ ਕਿ ਅਸਾਂ ਵੜਨਾ। ਉਹਨਾਂ ਆਖਿਆ ਖੂਹ 'ਚ ਅਸਾਂ ਹੀ ਵੜਨਾ, ਤੁਹਾਡੀ ਜੇ ਮਾਂ ਸੀ ਤੇ ਡਿੱਗੀ ਵੀ ਖੂਹ 'ਚ ਸੀ ਤੇ ਤੁਸੀਂ ਸਾਡੇ ਆਉਂਦਿਆਂ ਤੱਕ ਕੱਢ ਲੈਂਦੇ ਜੇ ਤੁਸੀਂ ਕੋਈ ਜੰਮੇ ਹੁੰਦੇ ਤੇ ਉਹ ਜਿਹੜੇ ਤੁਸੀਂ ਕੂਕਾਂ ਮਾਰਨ ਲੱਗ ਪਏ ਸੋ ਤੇ ਇਹਦਾ ਮਤਲਬ ਇਹ ਅਸਾਂ ਹੀ ਕੱਢਣੀ ਆ ਕੇ। ਇਹ ਗੱਲ ਕੋਈ ਮਿਹਣਾ ਨਹੀਂ ਹੈ, ਇਹ ਕੋਈ ਐਸੀ ਯਾਨੀ ਉਲਾਮਾ ਨਹੀਂ ਹੈ, ਲੇਕਿਨ ਬਾਜ਼ ਦਫਾ ਜਦੋਂ ਲੰਬਾ ਅਰਸਾ ਤੁਸੀਂ ਆਪਣਾ ਗੈਰ ਤਾਮੀਰੀ ਕੰਮਾਂ 'ਤੇ ਔਰ ਗੈਰ ਤਾਮੀਰੀ ਸੋਚਾਂ ਨਾਲ 1 2 4 ਦਹਾਈਆਂ ਗੁਜ਼ਾਰਦੇ ਹੋ, 2 ਨਸਲਾਂ ਉਸ ਗੈਰ ਤਾਮੀਰੀ ਬਿਮਾਰੀ ਜਿਹੜੀ ਹੈ ਉਹਦੇ ਵਿੱਚ ਉਹ ਪ੍ਰਵਾਨ ਚੜ੍ਹਦੀਆਂ ਨੇ, ਵੱਡੇ ਹੁੰਦੇ ਨੇ। ਉਹ ਫਿਰ ਫਸਲਾਂ ਦਾ ਜਾਂ ਇਨਸਾਨਾਂ ਦਾ ਜਾਂ ਦਰਖਤਾਂ ਦਾ ਤੇ ਇਹ ਹੀ ਹੈ ਵੀ ਜੇ ਬੀ ਫੁੱਟ ਪਿਆ ਤੇ ਫਿਰ ਉਹਨੇ ਉਗ ਪੈਣਾ। ਅੱਗੋਂ ਜੇ ਉਹਦੀ ਗੌਰ ਪਰਦਾਖਤ ਕੋਈ ਨਹੀਂ, ਉਹਦੀ ਸਾਂਭ ਕੋਈ ਨਹੀਂ, ਉਹਦੀ ਕਾਂਟ ਛਾਂਟ ਕੋਈ ਨਹੀਂ, ਉਹਦੀ ਮੁੱਛ ਤੱਛ ਕੋਈ ਨਹੀਂ। ਇਹ ਕਾਂਟ ਛਾਂਟ ਦਾ ਹੀ ਤਰਜਮਾ ਮੁੱਛ ਤੱਛ ਜੇ ਬੇਸਿਕਲੀ ਪੰਜਾਬੀ 'ਚ। ਤੇ ਉਹਨਾਂ ਨੇ ਜਿਹਦੇ ਉਹਨਾਂ ਦਾ ਦਿਲ ਕੀਤਾ ਉਹ ਨਿਕਲ ਜਾਣਾ। ਇਹ ਹਾਲ ਜ਼ੁਬਾਨ ਨਾਲ ਵੀ ਹੁੰਦਾ ਹੈ, ਇਹ ਬਿਆਨ ਨਾਲ ਵੀ ਹੁੰਦਾ ਹੈ, ਇਹ ਤੁਹਾਡੀ ਗੱਲਬਾਤ ਨਾਲ ਵੀ ਹੁੰਦਾ ਹੈ। ਔਰ ਇਹ ਸਿਲਸਿਲਾ ਜਿਹੜਾ ਹੈ ਇਹ ਤੁਹਾਡੇ ਚੱਜ ਚਾਲਿਆਂ ਨਾਲ, ਤੁਹਾਡੇ ਰਵੱਈਏ, ਤੁਹਾਡੀ ਸਿਆਸਤ, ਤੁਹਾਡੀ ਰਿਆਸਤ, ਤੁਹਾਡਾ ਮਜ਼ਹਬ, ਤੁਹਾਡਾ ਸਮਾਜ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਇਹਦਾ ਅਸਰ ਇੱਕੋ ਜਿਹਾ ਹੋ ਜਾਂਦਾ। ਲੇਕਿਨ ਜਿਹੜੇ ਵੇਲੇ ਇੱਥੋਂ ਤੱਕ ਗੱਲ ਅੱਪੜ ਜਾਂਦੀ ਹੈ ਕਿ ਤੁਸੀਂ ਇਹ ਫਿਰ ਜਿਹੜੀ ਨਾ ਤੁਹਾਡੇ ਹਾਲਾਤ ਜਾਂ ਤੁਹਾਡੀ ਜ਼ਿੰਦਗੀ ਦਾ ਜਿਹੜਾ ਤੌਰ ਤਰੀਕਾ ਹੈ, ਇਹ ਜਦੋਂ ਖੂਹ 'ਚ ਜਾ ਪਵੇ ਤੇ ਫਿਰ ਕੂਕਾਂ ਮਾਰਿਆ ਨਹੀਂ, ਫਿਰ ਵਿੱਚ ਵੜ ਕੇ ਕੱਢਣੀ ਪੈਂਦੀ ਹੈ। ਔਰ ਉਹਨਾਂ ਜਿਨ੍ਹਾਂ ਜੱਟਾਂ ਨੇ ਆ ਕੇ ਕੋਈ ਗੱਲ ਕੀਤੀ ਸੀ ਉਹਨਾਂ ਖੱਤਰੀਆਂ ਨੂੰ ਕਿ ਭਾਈ ਤੁਹਾਡੀ ਜੇ ਮਾਂ ਸੀ ਤੇ ਤੁਸੀਂ ਉੱਤੇ ਸਿਰ 'ਤੇ ਖਲੋ ਕੇ ਕੂਕਾਂ 'ਤੇ ਮਾਰਦੇ ਹੋ, ਬੰਦੇ ਇਕੱਠੇ ਹੋਣ, ਜੇ ਤੁਸੀਂ ਕੋਈ ਜੰਮੇ ਹੁੰਦੇ ਤਾਂ ਤੁਸੀਂ ਕੱਢ ਲੈਂਦੇ ਹੁਣ ਤੱਕ। ਇਹਦਾ ਮਤਲਬ ਹੈ ਉਦੋਂ ਇਕਦਾਮ ਕਰਨ ਵਾਸਤੇ ਜਿਹੜੇ ਰੈਜ਼ੋਲੂਸ਼ਨ ਦੀ ਔਰ ਜਿਸ ਸੋਚ ਦੀ, ਜਿਸ ਜ਼ਿਹਨੀ ਸ਼ਫਾਫੀਅਤ ਦੀ ਔਰ ਜਿਸ ਕੁਵਤ ਇਰਾਦੀ ਦੀ ਜ਼ਰੂਰਤ ਹੁੰਦੀ ਹੈ ਉਹ ਕੋਈ ਨਹੀਂ ਹੁੰਦੀ। ਫਿਰ ਕੂਕਾਂ ਹੀ ਬਚਦੀਆਂ ਨੇ। ਉਹ ਕੂਕਾਂ ਤੁਸੀਂ ਅਮਰੀਕਾ 'ਚੋਂ ਸੁਣ ਲਓ ਜੇ ਟਰੰਪ ਪਿਆ ਮਾਰਦਾ, ਅਤੇ ਜਾਂ ਪਾਕਿਸਤਾਨ 'ਚੋਂ ਸੁਣ ਲਓ ਜਿਹੜੇ ਇਸ ਵਕਤ ਐਕਸਕਲੂਜਨਰੀ ਔਰ ਦੂਜਿਆਂ ਨਾਲ ਇਮਤਿਆਜ਼ੀ ਸਲੂਕ ਕਰਨ ਵਾਲੇ ਮਾਰਦੇ ਨੇ ਪਏ। ਲੇਕਿਨ ਸਾਨੂੰ ਇਸ ਦੌਰਾਨੀਏ ਦੇ ਵਿੱਚ ਲਿਸਾਨੀਆਤ 'ਤੇ ਵੀ ਕੰਮ ਕਰਨਾ ਪੈ ਰਿਹਾ, ਸਾਨੂੰ ਸਮਾਜੀਆਤ 'ਤੇ ਵੀ ਕੰਮ ਕਰਨਾ ਪਵੇਗਾ। ਸਾਨੂੰ ਆਪ ਇਹ ਖੂਹ 'ਚ ਡਿੱਗੀ ਇਹਨਾਂ ਦੀ ਮਾਂ ਕੱਢ ਕੇ ਤੇ ਉਹ ਸਾਹਮਣੇ ਰੱਖਣੀ ਪਏਗੀ ਬੁੱਢੀ ਜਿਹੜੀ ਹੈ ਕਿ ਬਈ ਇਹ 4 ਦਿਨ ਚੱਲ ਜਾਏ। ਰਿਆਸਤ ਨੂੰ ਆਂਦੇ ਨਾ ਮਾਂ, ਤੇ ਰਿਆਸਤ ਤੇ ਨਾ ਚੁੱਕ ਕੇ ਖੂਹ 'ਚ ਸੱਟ ਛੜੀ। ਅੱਜ ਉਸੇ ਹਵਾਲੇ ਨਾਲ ਮੈਂ ਜਿਸ ਵੇਲੇ ਚੀਜ਼ਾਂ ਇਕੱਠੀਆਂ ਕਰ ਰਿਹਾ ਸਾਂ ਤੇ ਉਹ ਜੇ ਫਲਾਣੇ ਦੀ ਜਸਟ ਇਨਫੋਰਮੇਸ਼ਨ ਦੇ ਦੇਣੀ ਜੇ ਉੱਥੇ ਇੰਨੇ ਟੁਰ ਗਏ ਨੇ, ਉੱਥੋਂ ਇੰਪੀਚਮੈਂਟ ਹੋ ਗਈ ਹੈ ਜਾਂ ਟਰੰਪ ਨੂੰ ਕੱਢ ਛੜਿਆ ਨੇ ਤੇ ਫਲਾਣੇ ਨੂੰ ਅੰਦਰ ਵਾੜ ਲਿਆ ਨੇ, ਇਹਦੇ ਨਾਲ ਗੱਲ ਕੋਈ ਨਹੀਂ ਬਣਦੀ। ਗੱਲ ਤਾਂ ਇਹ ਵੇ ਕਿ ਬੰਦਿਆਂ ਦੇ ਵਿੱਚ ਉਹ ਠਹਿਰਾਓ ਆਇਆ ਹੈ ਜਾਂ ਨਹੀਂ ਆਇਆ, ਜਾਂ ਬੰਦਿਆਂ ਨੂੰ ਉਸ ਠਹਿਰਾਓ ਦੀ ਜ਼ਰੂਰਤ ਮਹਿਸੂਸ ਹੋਈ ਹੈ ਕਿ ਨਹੀਂ ਹੋਈ। ਇਹ ਜਿਹੜੀ ਹੈ ਨਾ, ਇਹ ਸੋਚਣ ਨਾਲ, ਠਹਿਰਾਓ ਵਾਲੇ ਲਬੋ ਲਹਿਜੇ ਨਾਲ, ਇਸ ਤਰ੍ਹਾਂ ਦੇ ਅੰਦਰ ਖਿਆਲ ਨੂੰ ਲੈ ਕੇ ਚੱਲਣ ਨਾਲ ਇਹ ਗੱਲਾਂ ਲੱਭਦੀਆਂ ਨੇ। ਭੱਠੀਆਂ ਤੋਂ, ਤੰਦੂਰਾਂ ਤੋਂ ਵੀ ਲੱਭ ਪੈਂਦੀਆਂ ਨੇ ਅਤੇ ਸਿਆਣਿਆਂ ਕੋਲੋਂ ਵੀ ਲੱਭਦੀਆਂ ਨੇ। ਜਿਨ੍ਹਾਂ ਨੇ ਜ਼ਿੰਦਗੀ ਗੁਜ਼ਾਰੀ ਨਵੀਂ ਗੱਲ ਕਰਨ ਵਾਸਤੇ ਹੁੰਦੀ ਹੈ ਉਹਨਾਂ ਕੋਲੋਂ ਵੀ ਲੱਭ ਪੈਂਦੀਆਂ ਨੇ। ਮੈਂ ਅੱਗੇ ਇੱਕ ਦਫਾ ਗੁਜ਼ਾਰਿਸ਼ ਕੀਤੀ ਸੀ ਕਿ ਰਿਆਜ਼ ਦਾ ਮੈਂ ਜਿਹੜਾ ਆਪਣਾ ਦੋੜੇ ਲਿਖਦਾ, ਦੋੜੇ ਦੀ ਸਿਨਫ ਦੇ ਉੱਤੇ ਅਸਾਂ ਸਿਲਸਿਲਾ ਤਾਂ ਸ਼ੁਰੂ ਕੀਤਾ ਆਪਣੇ ਪ੍ਰੋਗਰਾਮਾਂ 'ਚ, ਲੇਕਿਨ ਹਾਲੀ ਬਹੁਤ ਘੱਟ ਗੱਲ ਹੋਈ ਹੈ ਕਿਉਂਕਿ ਅਸੀਂ ਦੋੜੇ 'ਤੇ, ਮਾਹੀਏ 'ਤੇ, ਬੋਲੀਆਂ 'ਤੇ, ਅਖਾਣਾਂ 'ਤੇ, ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਦੇ ਤਾਂ ਕਿ ਜ਼ੁਬਾਨ ਨਿੱਥਰ ਕੇ ਸਾਹਮਣੇ ਆਉਂਦੀ, ਬੰਦਿਆਂ ਨੂੰ ਪਤਾ ਚੱਲਦਾ ਯਾਰ ਅਸੀਂ ਕਿੱਡੀ ਕੀਮਤੀ ਚੀਜ਼ ਸੀ ਜਿਹਦੇ ਤੋਂ ਬੇਖਬਰ ਸਾਂ। ਇਹ ਸਾਡਾ ਜਿਹੜਾ ਲਬੋ ਲਹਿਜਾ ਸੀ, ਸਾਡੀ ਇੰਡੀਜੀਨੀਅਸ ਜ਼ੁਬਾਨ ਸੀ, ਸਾਡਾ ਲੋਕਲ ਇਸਤਾਰਾ ਸੀ, ਮਗਰ ਉਹਦਾ ਮੌਕਾ ਤਾਂ ਉਹ ਲੱਭਾ ਹੀ ਨਹੀਂ ਕਿਉਂਕਿ ਜ਼ਰਾ ਜਿਹਾ ਥੋੜ੍ਹਾ ਜਿਹਾ ਗੱਲ ਲੈਣ 'ਤੇ ਚਾੜ੍ਹੀ ਦੀ ਹੈ, ਅਗਲੀ ਵਾਰੀ ਕਿਸੇ ਨੇ ਪਾਸੋਂ ਕੋਈ ਨਾ ਕੋਈ ਕੱਟਾ ਖੁੱਲ੍ਹਿਆ ਪਿਆ ਹੁੰਦਾ। ਉਹਦੀ ਅਹਿਮੀਅਤ ਕਿਉਂਕਿ ਇਸ ਤੋਂ ਜ਼ਿਆਦਾ ਹੁੰਦੀ ਹੈ, ਲਿਹਾਜ਼ਾ ਉਦੋਂ ਫੌਰਨ ਉਹਦੇ ਹੈ। ਹੁਣ ਵੀ ਉਹੋ ਜਿਹੀਆਂ ਗੱਲਾਂ ਸਾਡੇ ਕੋਲ ਹੈ ਨੇ, ਸਾਹਮਣੇ ਨੇ, ਲੇਕਿਨ ਥੋੜ੍ਹਾ ਫਿਰ ਉਹਨਾਂ ਕੋਲੋਂ ਸਰਫੇ ਨਜ਼ਰ ਕਰਕੇ ਤੇ ਉਹ ਮੈਂ ਇੱਕ ਦੋਸਤ ਦਾ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਇੱਕ ਦਫਾ ਰਿਆਜ਼ ਦਾ ਦੋੜਾ ਸੁਣਾਇਆ ਤੇ ਉਹ ਸਿਆਲਕੋਟ ਦੇ ਸਨ, ਪੁਰਾਣੀ ਗੱਲ ਸੀ, ਅਤੇ ਉੱਥੇ ਕੈਫੇ ਕੋਕਨ 'ਤੇ ਬੈਠਿਆਂ ਉਹਦੇ ਰੱਬੇ ਸਾਰੇ ਇਕੱਠੇ ਹੁੰਦੇ ਸਨ, ਵੰਨ ਸੁਵੰਨੀਆਂ ਸ਼ੈਵਾਂ ਆਪਣੀ ਆਪਣੀ ਕਲੈਕਸ਼ਨ ਸਾਰੇ ਸੁਣਾਉਂਦੇ ਹੁੰਦੇ ਸਨ। ਅਤੇ ਉਹਨਾਂ ਨੇ ਰਿਆਜ਼ ਦਾ ਦੋੜਾ ਸੁਣਾਇਆ ਅਤੇ ਸੁਣਾਇਓ ਨੇ ਫਿਰ ਉਹ
बजाए चंगोची गूढ़ी जांगली जुबान दे उन्होंने अपना सियालकोटी दे लभ लहजे सुनाया। ਉਹਦੀ मैं उदों तो नकल भी लाई सी। वो फिर उसका आहिस्ता उन्होंने भी कितों पता लग गया, फिर साडा आपस च राबता हो गया। उन्होंने हाली मुलाकात तो मेरी कोई नहीं हुई, लेकिन टैलीफोन तो साड़ी उन्होंने गल हुई। दोस्त ने बड़े पुराने, तनवीर साहब उन्होंने इसमें ग्रामी है, अजकल कैनेडा होंगे ने, पाकिस्तान होंगे हैं, बड़ी अच्छे ताल्लुकात सन, हुण भी वही कैफीयत है। जदों गल हुई तो मैं आख्या जी अज फिर असी रियाज दे जिहड़ा मैं प्रोग्राम दौड़ियां दा करना है उहदे ते तुसीं क्यों नहीं नाल शामिल होंदे। वो उन्हें मेहरबानी की है और वो अज मेरे नाल प्रोग्राम में शामिल ने। जी आयां नूं तनवीर साहब प्रोग्राम हुंगारा है। अस्सलाम वालेकुम। वालेकुम सलाम। बहुत बहुत शुक्रिया जनाब, बड़ी मेहरबानी। मैं सुनिया है कि उत्थे तुसीं हुण कैनेडा च मुख्तलिफ रेडियोज़ और बाज़ टीवी जिहड़े ने उन्हां नूं पंजाबी च दौड़े सुणांदे रहिंदे हो वक्तन फवक्तन। हाँ, बड़े सारे सुनाए जी। अच्छा, तो अज मैं आख्या जे एक दफ़ा तुहानूं तो शायद मैं दस्या या नहीं दस्या कि चौधरी मुहम्मद अली साहब उत्थे जा रहे सन बाज़ार, तो मैं सैकल ते ही सन तो रुक गए। मैं आख्या जी रियाज दा दौड़ा मैनूं बड़ा चंगा लब्भा है। वो मैं उन्होंने अफजल ब्रदर्स दे कोल करके किते गोल बाज़ार खलोतियां सुनाया, तो वो सुन के घर चले गए। जदों मैं फिर उन्होंने मिलन गया ना, तो उन्हें आख्या भी वो दौड़ा जिहड़ा ना ये मैनूं इत्थे लिख के दे। मैं खैर लिख दिता एक लिफाफा जिहा कागज़ से वो। हफ्ते 10 दिन बाद फिर मैं गया तो मैंने आंदे ने इनू उंज ही पढ़ के सुना जिहड़ा उन्हों का जांगली चंगोटी लहजा सी। तो बड़ा पसंद किया उन्होंने इस रियाज दे उस दौड़े नूं। ते इब्तदा उत्थों कर लेने तो फिर तुहाडे अल टुर पैने तो तुसीं जरा तगड़िया हो के बोलना, क्योंकि टैलीफोन ते साडे नाल राबते च हो ना, तो वो माइक फिर जिहड़ा ना वो चंगी तगड़ी आवाज़ मंगदा है। झाके वाली आवाज़ जिहड़ी वो माइक नहीं सहिंदा मेरा ख्याल है। नहीं शर्मा नहीं, जाके लै गए नहीं, जाके केड़ी गल बिल्कुल बिल्कुल ठीक है, बिल्कुल ठीक है। ओ जी सब तो पहला तो मैं बिस्मिल्लाहिर्रहमानिर्रहीम पढ़न तो बाद जी जी ये थोड़ी जी करेक्शन कर लो। मेरे सियालकोट दी बजाय फैसलाबाद पाओ ते नाल चाके गोखवाल। अच्छा अच्छा अच्छा, गोखवाल ठीक है जी, ठीक है, ठीक है। अच्छा अच्छा अच्छा, ठीक है ना जी, बड़ी अच्छी गल, थोड़ी जरूरी सी दुरुस्ती हो गई, अच्छा हो गया। हाँ जी, ते गोखवाल ते उथे ओनू दूजा रबुआ भी किया जाता फैसलाबाद। अच्छा अच्छा अच्छा, माशाल्लाह। हाँ जी, अल्लाह दे फजल नाल असीं कोई 40 घर जिमींदारां दे। चलो माशाल्लाह माशाल्लाह। तो वो जनाब फिर वो जिहड़ा तुहाडे ते मैं इल्जाम लाए असी ना जिस दौड़े दा, वो सी कि अज चौधरी साहब नूं बड़ा पसंद सी ते मैं अज ओपनिंग इस प्रोग्राम दे विच इस दौड़े तो करन लगा जी। ओ जिस वेले सियालकोट बदलना है तो लब लहजा आपके सामने ने सुन लेना। बिल्कुल ठीक है जी जी। अज अज खरियों वस्या ते हद मुक गई, कीता एडा करम गफार है। हाँ जी, अज खरियों वस्या हद मुक गई, कीता एडा करम गफार है। आ तोड़ गया ते पुछया सू कोई हाल सुना बीमार है। जी ते शाला रियाज ए खुशियां पच वंजनी ते ना ढासे मुंह दे बाहर है। क्या बात है, क्या बात है। ओदा तोड़ आ आखना माफी दे हिन क़यामत दे आसार है। क्या बात, क्या बात। ना जी जी, चूचे सत कोने। हाँ जी, ए नाल माइया यही है जी कि चूचे सत कोने ते शाला मैनू पच जावन हाथ ढोल ते बहु सोने। क्या बात, बिल्कुल क्या बिल्कुल। बात। ये अपने नाजरीन नूं मैं गुजारिश करना चाह रहा कि इहदे च दौड़ा 4 लाइनां दा हुंदा है और जिथे वो क्लोज हुंदा है उहदे नाल फिर माइये नाल उहनूं उहदी ड्रैसिंग कीती जांदी है आखिर ते प्रेजेंटेबल उहनूं बना के, और वो अमूमन माइया भी जिहड़ा उस तसलसल का एक हिस्सा बन जाता है। यह हुण मैं मतलब वजाहत इस वास्ते कि असीं ते हाली चार्ट पर लाने ना कि जुबान दी, और जिवें आप कल उर्दू प्रोग्राम दे विच वजाहत मसूद साहब की बज़ाहिर मुश्किल जुबान दे विच कालम से पेश किया सी। मकसद की सी कि सुनदियां रहिए तो जुबान सौखी हो जाती है, और गल हुंदी रहे तो जुबान का झाका लै जाता बंदियां दा, वो एक झाका ही होंदा है। और बाकी जिहड़ा ना लफज की तशरीह तनवीर साहब जिहड़ी है वो तो बंदा जिस वे सुनदा ते आपे बना लैंदा। बिल्कुल ठीक है, बिल्कुल जी। खरियों वस्या का मतलब है कि आसमान दे उत्ते खरा होना तो मतलब बादल दे आसार कोई नहीं सन और अचानक बारिश हो जाना,
ਯਾਨੀ ਗੈਰ ਮੁਤਵੱਕੋ ਤੌਰ ਤੇ ਕਿਸੇ ਦਾ ਤੇ ਫਜ਼ਲ ਹੋ ਜਾਣਾ ਜਿਹੜਾ ਨਾ ਉਹਨੂੰ ਆਂਦੇ ਨੇ ਅੱਜ ਖਰਿਓਂ ਵਸਿਆ ਹੱਦ ਮੁੱਕ ਗਈ ਕੀਤਾ ਐਡਾ ਕਰਮ ਗਫਾਰ ਆ ਤੋੜ ਗਿਆ ਤਾਂ ਪੁੱਛਿਆ ਸੂ ਕੁਝ ਹਾਲ ਸੁਣਾ ਬਿਮਾਰ ਤੇ ਉਹ ਇਨਸਾਨ ਨੂੰ ਜਿਸ ਟਾਈਮ ਮਹਿਬੂਬ ਜਾਂ ਬੰਦਾ ਜਾਂ ਰੁੱਸਿਆ ਬੰਦਾ ਤੋੜ ਆ ਕੇ ਆਖੇ ਕਿ ਹਾਂ ਬਈ ਕੀ ਹਾਲ ਹੈ ਤੇਰਾ ਉੱਥੇ ਫਿਰ ਉਹ ਰਿਆਜ਼ ਨੇ ਆਖਿਆ ਕਿ ਸ਼ਾਲਾ ਰਿਆਜ਼ ਇਹ ਖੁਸ਼ੀਆਂ ਪਚ ਵੰਜਣੀ ਕਿਆ ਬਾਤ ਹੈ ਇਹਦੇ ਤੇ ਚੋਈ ਸਾਹਿਬ ਨੇ ਬਹੁਤ ਇੰਜੋਏ ਕੀਤਾ ਸੀ ਕਿ ਅੱਲਾਹ ਤਾਲਾ ਇਨਸਾਨ ਨੂੰ ਫਿਰ ਉਹਦਾ ਜ਼ਰਫ ਔਰ ਹੌਸਲਾ ਵੀ ਦੇ ਕੇ ਉਹਨੂੰ ਖੁਸ਼ੀ ਜਾਂ ਉਹਦੇ ਤੇ ਫਜ਼ਲ ਜਿਹੜੇ ਨੇ ਉਹਨੂੰ ਹਜ਼ਮ ਵੀ ਹੋ ਜਾਣ ਡਾਈਜੈਸਟ ਹੋ ਜਾਣ ਉਹ ਉਹਨਾਂ ਨੂੰ ਸ਼ਰਾਇਤ ਕਰ ਜਾਣ ਉਹਦੇ ਅੰਦਰ ਸ਼ਾਲਾ ਰਿਆਜ਼ ਇਹ ਖੁਸ਼ੀਆਂ ਪਚ ਵੰਜਣੀ ਤੇ ਨਾ ਢਾਸੇ ਮੂੰਹ ਦੇ ਭਾਰ ਕਿ ਬੰਦਾ ਠੁੱਡਾ ਲੈ ਕੇ ਡਿੱਗ ਨਾ ਪਵੇ ਬਿਲਕੁਲ ਠੀਕ ਉਹਦਾ ਤੋੜ ਆ ਆਖਣਾ ਮਾਫੀ ਦੇ ਹਨ ਕਿਆਮਤ ਦੇ ਆਸਾਰ ਤੇ ਇਹਦੇ ਨਾਲ ਇਸ ਮਜ਼ਮੂਨ ਦੇ ਨਾਲ ਜੁੜਦਾ ਹੋਇਆ ਫਿਰ ਮਾਈਆ ਸੀ ਕਿ ਚੂਚੇ ਸੱਤ ਕੋਣੇ ਸ਼ਾਲਾ ਮੈਨੂੰ ਪਚ ਜਾਵਣ ਹੱਥ ਢੋਲ ਦੇ ਬਹੁ ਸੋਹਣੇ ਯਾਨੀ ਜਿਹੜੇ ਹੱਥੋਂ ਨੇ ਜੋੜੇ ਸਨ ਇਹ ਮਾਫੀ ਸੀ ਜੀ ਤੋ ਇਹ ਜਨਾਬ ਮੈਂ ਇਧਰੋਂ ਸੁਣਾਇਆ ਤੇ ਤੁਹਾਡੀ ਸ਼ੋਹਰਤ ਤੇ ਜਨਾਬ ਤੁਸੀਂ ਇਨਸਾਈਕਲੋਪੀਡੀਆ ਔਰ ਰਿਆਜ਼ ਨੂੰ ਜਾ ਕੇ ਵੀ ਮਿਲੇ ਸੋ ਔਰ ਉਹਨੂੰ ਪਸੰਦ ਵੀ ਕਰਦੇ ਹੋ ਤੇ ਅੱਜ ਹੁਣ ਤੁਸੀਂ ਆਪਣੇ ਐਂਡ ਤੋਂ ਸੁਣਾਓ ਕਿਉਂਕਿ ਤੁਹਾਨੂੰ ਨਾਲ ਲਿਆ ਅਸਾਂ ਤੁਹਾਡੇ ਕੋਲੋਂ ਸੁਣਨ ਵਾਸਤੇ ਜ਼ਿਆਦਾ ਟਾਈਮ ਤੇ ਮੈਂ ਹੀ ਲੈ ਗਿਆ ਇੱਕ ਤੇ ਮੇਰਾ ਦਿਲ ਇਹ ਆਂਦਾ ਪਿਆ ਪਹਿਲਾਂ ਕਿ ਇੱਕ ਤੇ ਵਾਲ ਸਾਹਿਬ ਦਾ ਮੇਰੇ ਦਾ ਨਾਮ ਚੌਧਰੀ ਅਲੀ ਮੁਹੰਮਦ ਆਸੀਸ ਜੀ 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 ਇਹ ਉਹਨਾਂ ਕੋਲ ਸਾਰਾ ਮੈਨੂੰ ਨਾ ਬਦੀਅਤ ਹੀ ਹੈ ਵਰਸਾ ਹੀ ਹੈ ਅੱਛਾ 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 ਅਸੀਂ ਕਾਫੀ ਦੇਰ ਪਿਓ ਪੁੱਤਰ ਅਸੀਂ ਇਕੱਠੇ ਸਾਂ ਤੇ ਉਹ ਸ਼ੇਰ ਜਿਹੜਾ ਪੜ੍ਹਨਾ ਫਿਰ ਉਹ ਮੈਨੂੰ ਸੁਣਾਉਣਾ ਫਿਰ ਉਹਨੂੰ ਮੈਂ ਨਹੀਂ ਦੱਸਣੇ ਇਹ ਸਾਰਾ ਕੁਛ ਉੱਥੋਂ ਹੀ ਆਇਆ ਹੋਇਆ ਖਿਆਮ ਤੋਂ ਲੈ ਕੇ ਫਰਾਜ਼ ਤੱਕ ਟਰੰਕ ਉਹਨਾਂ ਦਾ ਭਰਿਆ ਪਿਆ ਠੀਕ 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 ਹਾਂਜੀ ਤੇ ਉਹ ਇੰਨਾ ਕੁ ਮੈਂ ਕਿਹਾ ਤਾਰਫ ਇੱਕ ਸ਼ੇਰ ਉਹਨਾਂ ਦਾ ਮੈਂ ਬੜਾ ਮੈਨੂੰ ਖੁਦ ਪਸੰਦ ਹੈ ਕਿ ਆਸੀ ਤਖਲਸ ਕਰਦੇ ਸੀ ਹਾਂਜੀ ਹਾਂਜੀ कि मैं अपने गुनाहों पे नादुम हूँ आसी हाँ जी तेरे रहम की इंतहा चाहता हूँ बंदा मगर मैं खुदा चाहता हूँ वाली जमीन हाँ जी हाँ जी वो दे विच अच्छा तेरे रहम का कुछ ना जी तेरे रहम का मैं तेरे रहम की इंतहा चाहता हूँ ठीक माशाल्लाह जी जी मैं अपने गुनाहों पे नादुम हूँ आसी तेरे रहम की इंतहा चाहता हूँ बिल्कुल ठीक है जी गल बंदे दी उस रहमत तो बगैर गल है भी कोई ना बिल्कुल कोई सुनाओ जनाब फिर आज कोई दौड़े आज तबीयत कुछ ना कोई बाल नहीं सी हाँ जी ते ਜਦੋਂ ਤੁਹਾਡੇ ਪ੍ਰੋਗਰਾਮ ਚ ਆਏ ਨਾ ਜੀ 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 तो एक शेर ਪਿਆ ਯਾਦ ਆਉਂਦਾ ਮੈਂ ਪਹਿਲਾਂ ਉਹ ਪੜ੍ਹ ਦਿਆਂ ਜੀ 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 ਉਹ ਤੁਹਾਡੇ ਸਾਰੇ ਸਾਮਾਈਨ ਲਈ ਵੀ ਤੇ ਤੁਹਾਡੇ ਲਈ ਵੀ ਤੇ ਉਹ ਸ਼ੁਕਰੀਆ ਦੇ ਤੌਰ ਤੇ ਵੀ ਕਿ ਕभी कभी और मालिक के हकीकी लिए तो पहले आया ना जी हाँ जी हाँ जी कभी कभी तो वो इतना ख्याल रखता है वाह वाह जरा जरा सी तमन्ना संभाल रखता है वाह 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 माशाल्लाह ठीक ठीक है हाँ जी हाँ जी वो कहता है जी आखिरी दीदार कर लो ਇਹ ਨਹੀਂ ਮੈਂ ਪੰਜਾਬੀ ਦੀ ਫਰਮਾਇਸ਼ ਜੀ ਸਾਡੀ ਮੈਂ ਇਹ ਸ਼ੇਰ ਦੇ ਨਾਲ ਪੜਾਂਗਾ ਜੀ ਦੋੜਾ ਅੱਛਾ ਅੱਛਾ ਚਲੋ ਦੋੜਾ ਪਹਿਲਾਂ ਪੜਦੇ ਜੀ ਦੋੜਾ ਪੜੋ ਨਾ ਕਿ ਸਾਡੇ ਨਾਜ਼ਰੀਨ ਤੇ ਅੱਜ ਦੋੜੇ ਬਿਲਕੁਲ ਠੀਕ ਹੈ ਹਾਂਜੀ ਹਾਂਜੀ ਉਹ ਕਹਿੰਦਾ ਜੀ ਅੱਜ ਕਿਹੜਾ ਡਰ ਹੈ ਦੂਰ ਖੜਾ ਹੈ ਅੱਜ ਕਿਹੜਾ ਡਰ ਹੈ ਦੂਰ ਖੜਾ ਹੈ ਆ ਖੁੱਲ ਕੇ ਮਈਤ ਦੇ ਸੌਲੇ ਵਾਹ ਵਾਹ ਇਹ ਅੱਖ ਤੈਨੂੰ ਅੱਜ ਤੱਕ ਨਹੀਂ ਸਕਦੀ ਵਾਹ ਤੇ ਮੂੰਹ ਕੱਜਣ ਦੀ ਕਿਹੜੀ ਲੋੜ ਹੈ ਵਾਹ ਵਾਹ ਤੇ ਸ਼ਰਮਾ ਨਹੀਂ ਜਾ ਕੇ ਲੈ ਗਏ ਨਹੀਂ ਵਾਹ ਅੱਜ ਚੁੱਪ ਦੀਆਂ ਕਸਮਾਂ ਤੋੜੇ ਵਾਹ ਦੇ ਤੋੜ ਮੁਬਾਰਕਾਂ ਸਜਣਾ ਨੂੰ ਅੱਜ ਰਾਤ ਗਿਆ ਹੀ ਜਿੰਦ ਛੋੜੇ ਵਾਹ ਜੀ ਵਾਹ ਠੀਕ ਹੈ ਹੁਣ ਇਹਦੇ ਨਾਲ ਸ਼ੇਰ ਠੀਕ ਰਹੇਗਾ ਜੀ ਜੀ ਕਿ ਆਖਰੀ ਦੀਦਾਰ ਕਰ ਲੋ ਜੀ खोल कर बंदे कफन ठीक अब ना शर्माओ के चश्मे मुंतजर बेनूर वाह 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 ਉਹ ਕੀ ਆਂਦਾ ਜੀ ਲੇਕਿਨ ਆਪਣਾ ਤਨਵੀਰ ਸਾਹਿਬ ਗੱਲ ਇਹ ਵੇ ਕਿ ਉਹ ਹੈ ਨਾ ਕਿ ਅਗਰ ਇਹ ਸਿਰਫ ਉਸ ਹੱਦ ਤੱਕ ਗੱਲ ਰਹਿ ਜਾਏ ਨਾ ਕਿ ਮਤਲਬ ਅਗਰ ਗੱਲ ਜਾਂ ਮਾਮਲਾ ਇੱਥੋਂ ਤੱਕ ਹੋਏ ਨਾ ਕਿ ਤੁਸੀਂ ਸਿਰਫ ਚੰਦ ਜੁਮਲੇ ਜਾਂ ਚੰਦ ਮਿਸਰਿਆਂ ਤੱਕ ਮਹਦੂਦ ਹੋ ਉਹ ਕਤਰੇ ਮੇਂ ਦਜਰਾ ਦਿਖਾਈ ਨਾ ਦੇ ਵਾਲਾ ਮਸਲਾ ਜਿਹੜਾ ਤੇ ਫਿਰ ਯਾਨੀ ਜਦੋਂ ਤੱਕ ਤੁਸੀਂ ਮੀਨਿੰਗਸ ਨਾ ਡਿਵੈਲਪ ਹੋਣ ਤੁਹਾਨੂੰ ਰੋਜ਼ ਦੀ ਰੋਜ਼ਮਰਰਾ ਜ਼ਿੰਦਗੀ ਦੇ ਉੱਤੇ ਉਹ ਚੀਜ਼ਾਂ ਅਪਲਾਈ ਨਾ ਹੁੰਦੀਆਂ ਹੋਣ ਉਨੀ ਦੇਰ ਤੱਕ ਗੱਲ ਨਹੀਂ ਬਣਦੀ ਮਸਲਨ ਜਿਹੜੀ
ਮੇਰੀ ਕੱਲ ਇੱਕ ਅਮਰੀਕਨ ਦੋਸਤ ਨਾਲ ਗੱਲ ਵੀ ਹੋਵੇ ਤੇ ਉਹਨੂੰ ਮੈਂ ਸਾਰਾ ਦੱਸ ਕੇ ਨਾ ਉਹ ਮੌਜੂਦਾ ਸਿਚੁਏਸ਼ਨ ਜਿਹੜੀ ਚੱਲ ਰਹੀ ਹੈ ਇਸ ਵਕਤ ਉੱਥੇ, ਤੇ ਉਹਨੂੰ ਮੈਂ ਇਹ ਗੱਲ ਆਖੀ ਕਿ ਇਸ ਵਕਤ ਹੁਣ ਝੂਠ ਜਾਂ ਖੁਦ ਫਰੇਬੀ ਨਾਲ ਗੁਜ਼ਾਰਾ ਨਹੀਂ ਹੋਣਾ ਪਾਕਿਸਤਾਨ ਅਮਰੀਕਾ 'ਚ, ਬਿਲਕੁਲ ਠੀਕ, ਔਰ ਇਹ ਗੁਜ਼ਾਰਾ ਪਾਕਿਸਤਾਨ 'ਚ ਵੀ ਨਹੀਂ ਹੋਣਾ। ਹਾਂ, ਉਹਦੇ ਤੇ ਫਿਰ ਮੈਂ ਉਹਨੂੰ ਤਾਜ ਦਾ ਦੋੜਾ ਤੇ ਨਾ ਸੁਣਾ ਸਕਿਆ, ਲੇਕਿਨ ਮੈਂ ਉਹਨੂੰ ਅੰਗਰੇਜ਼ੀ 'ਚ ਜੋ ਮੈਨੂੰ ਸਮਝ ਆਈ ਮੈਂ ਉਹਨੂੰ ਤਰਜਮਾ ਕਰਕੇ ਤੇ ਉਹਦੀ ਦੱਸੀ ਤੇ ਹੋ ਸਕਿਆ ਕਿ ਮੈਂ ਇਹਦਾ 30-40% ਮੈਨੂੰ ਇਹਦੀ ਜਿਸਟ ਸਮਝ 'ਚ ਆ ਗਈ ਹੈ ਕਿ ਮਕਸਦ ਕੀ ਹੈ। ਠੀਕ ਹੈ, ਉਹਨਾਂ ਨੂੰ ਤੇ ਨਹੀਂ ਸੁਣਾ ਸਕੇ ਤੇ ਸਾਨੂੰ ਸੁਣਾਓ ਜੀ। ਮੈਂ ਬਿਲਕੁਲ ਅਰਜ਼ ਕਰਨਾ ਉਹ ਤਾਜ ਦਾ ਦੋੜਾ ਜੀ ਕਿ ਉਸ ਆਖਿਆ ਕਿ ਜੇ ਨਿਉ ਸਰਦਾ ਤੇ ਦੋ ਹਰਫੀ ਗੱਲ ਲਈ, ਜੇ ਨਿਉ ਸਰਦਾ ਤੇ ਦੋ ਹਰਫੀ ਗੱਲ ਲਈ ਜਿਵੇਂ ਉਹ ਆਦਾਈ ਉਂਝ ਹੋ ਵੰਜ। ਵਾਹ ਕਿਆ ਬਾਤ। ਜੇ ਨਿਉ ਸਰਦਾ ਤੇ ਦੋ ਹਰਫੀ ਗੱਲ ਲਈ ਜਿਵੇਂ ਉਹ ਆਦਾਈ ਉਂਝ ਹੋ ਵੰਜ, ਉਹਦੀ ਜਿੱਥੋਂ ਤਾਈਂ ਜਾਣ ਸਿੰਜਾਣ ਸੁਣੀ ਵੀ ਕੁੱਲ ਲੱਗਦੇ ਲੀਂਦੇ ਢੋ ਵੰਜ। ਵਾਹ, ਇਹ ਹੁੰਦਾ ਨਾ ਮੇਲਾ ਕਰਦੇ ਨੇ ਜਿਹੜਾ ਮਤਲਬ ਬੰਦੇ ਇਕੱਠੇ ਕਰਕੇ ਲੈ ਜਾਣ ਅਗਲੇ ਦੇ ਬੂਹੇ ਤੇ ਜੀ। ਉਹਦੀ ਜਿੱਥੋਂ ਤਾਈਂ ਜਾਣ ਸਿੰਜਾਣ ਸੁਣੀ ਵੀ ਕੁੱਲ ਲੱਗਦੇ ਲੀਂਦੇ ਢੋ ਵੰਜ। ਤੇ ਤੀਜਾ ਰਾਹ ਹੈ ਗੈਰਤਮੰਦੀਆਂ ਦਾ। ਕਿਆ ਬਾਤ ਹੈ, ਕਿਆ ਬਾਤ ਹੈ। ਤੀਜਾ ਰਾਹ ਹੈ ਗੈਰਤਮੰਦੀਆਂ ਦਾ, ਜਾਂ ਤੇ ਸਾਰੇ ਧੋਣੇ ਧੋ ਵੰਜ। ਪਿੱਛੋਂ ਭੰਨਿਆ ਸਾਂਗੇ ਨਹੀਂ ਬਣਦੇ, ਤੂੰ ਹੀ ਬੰਦਾ ਬਣ ਤਾਜ ਖਲੋ ਵੰਜ। ਵਾਹ ਵਾਹ ਕਿਆ ਬਾਤ ਹੈ। ਯਾਨੀ ਬਾਜ਼ ਚੀਜ਼ਾਂ ਨੇ ਨਾ ਕਿ ਤੁਸੀਂ, ਬਲਕਿ ਇਹ ਗੱਲ ਨੂੰ ਵਾਰਿਸ ਸ਼ਾਹ ਨੇ ਵੀ ਆਖਿਆ ਨਾ ਕਿ ਪੱਥਰ ਜੋੜਨਾ ਨਾਲ ਸਰੇਸ਼ ਕਿਹਾ, ਕਿ ਸਰੇਸ਼ ਜਾਂ ਗੂੰਦ ਦੇ ਨਾਲ ਪੱਥਰ ਦਾ ਟਾਂਕਾ ਤੇ ਨਹੀਂ ਲਾਇਆ ਜਾ ਸਕਦਾ। ਸੋ ਜਦੋਂ ਚੀਜ਼ਾਂ ਵਿਗਾੜ ਲਈਏ ਤੇ ਉਹ ਸੱਚਿਆਂ ਹੋਇਆਂ ਔਰ ਸਿੱਧੀ ਗੱਲ ਕੀਤਿਆਂ ਔਰ ਸੱਚ ਨੂੰ ਓਨ ਕੀਤਿਆਂ ਤੇ ਸੱਚ ਦੇ ਉੱਤੇ ਪੈਰ ਮਾਰਿਆਂ ਜਾ ਕੇ ਫਿਰ ਤੁਸੀਂ ਸਿੱਧੀਆਂ ਕਰ ਸਕਦੇ ਹੋ। ਪਿੱਛੋਂ ਬੰਨਿਆ ਸਾਂਗੇ ਨਹੀਂ ਬਣਦੇ, ਫਿਰ ਤਾਲੁਕ ਉਹ ਰਹਿੰਦੇ ਨਹੀਂ। ਕਿਆ ਬਾਤ, ਬਿਲਕੁਲ ਠੀਕ, ਬਿਲਕੁਲ 16 ਨੇ ਸਹੀ। ਉਹ ਕੀ ਆਂਦਾ ਜੀ, ਇਹ ਨਹੀਂ ਅੱਜ ਤੁਸੀਂ ਇੰਝ ਕਰੋ ਨਾ, ਸਾਡਾ ਇੰਤਖਾਬ ਤੁਸੀਂ ਸੁਣਾਓ ਨਾ ਸਾਨੂੰ, ਉਹ ਤੇਰੇ ਰਸੋਮੇ ਦੇ ਤਾਨੇ ਵਾਲਾ ਸੁਣਾਓ, ਕਿਉਂਕਿ ਉਹ ਜਿਹੜਾ ਸੀ ਨਾ ਉਹ ਸੁਣਾ। ਹਾਂਜੀ ਹਾਂਜੀ, ਆਂਦਾ ਹੈ ਜੀ ਤੇਰੇ ਰਸੋਮੇ ਦੇ ਤਾਨੇ ਦੇ ਕੇ ਜੀ ਜੀ ਮੇਰੇ ਹੌਸਲੇ ਨਿਤ ਅਜ਼ਮਾਏ ਵੈਂਦੇ। ਅੱਛਾ, ਤੇਰੇ ਪਿਆਰ ਦੇ ਸਦਕੇ ਸਹਿ ਵੈਨਾ ਮੈਥੇ ਸਹਿ ਇਲਜ਼ਾਮ ਲਗਾਏ ਵੈਂਦੇ। ਵਾਹ ਵਾਹ ਵਾਹ। ਤੇ ਤੇਰੇ ਸ਼ਹਿਰ ਦੇ ਰੁੱਖਾ ਨਜ਼ਰ ਵੰਜਣ ਮੇਰੇ ਯਾਰ, ਤੇ ਮੇਰੇ ਯਾਰ ਥਕੇੜੇ ਲੈ ਵੈਂਦੇ। ਵਾਹ ਵਾਹ ਵਾਹ। ਇਹ ਦੇਖਿਓ ਜੀ, ਇਹ ਤਨਵੀਰ ਸਾਹਿਬ, ਇਹ ਬੜੀ ਅਜੀਬ ਕੈਫੀਅਤ ਹੈ ਕਿ ਇਹ ਜਿਹੜਾ ਮਿਸਰਾ ਹੈ ਕਿ ਤੇਰੇ ਸ਼ਹਿਰ ਦੇ ਰੁੱਖ ਆ ਨਜ਼ਰ ਵੰਜਣ, ਦਰਖਤ ਯਾਨੀ ਤੇਰੇ ਸ਼ਹਿਰ ਦੇ, ਜੀ ਮੇਰੇ ਯਾਰ ਥਕੇੜੇ ਲੈ ਵੈਂਦੇ, ਥਕਾਵਟ ਦੂਰ ਹੋ ਜਾਣੀ। ਇਹ ਖਿਆਲ ਤੁਸੀਂ ਕਦੀ ਉਰਦੂ ਚ ਪੜ੍ਹਿਆ ਤੇ ਦੱਸੋ, ਮੈਂ ਨਹੀਂ ਪੜ੍ਹਿਆ। ਬੜਾ ਮੁਸ਼ਕਿਲ ਹੈ। ਹਾਂਜੀ, ਤੇਰੇ ਸ਼ਹਿਰ ਦੇ ਰੁੱਖ ਆ ਨਜ਼ਰ ਵੰਜਣ, ਮੇਰੇ ਯਾਰ ਥਕੇੜੇ ਲੈ ਵੈਂਦੇ। ਅੱਗੇ ਜੀ ਮੈਂ ਕਿਹਾ ਕਿ ਥੋੜੀ ਜੀ ਜ਼ਬਰਦਸਤੀ ਕਰੀਏ ਜੀ ਜੀ, ਤੇ ਗਾਲਬ ਦਾ ਸ਼ੇਰ ਚੱਲ ਤੇ ਸਕਦਾ ਹੀ ਹੈ ਜੀ। ਨਹੀਂ ਇਹਨੂੰ ਥੋੜਾ ਮੁਕੰਮਲ ਕਰ ਲਓ ਨਾ ਜੀ। ਇੱਕ ਸਾਈਕਲ, ਅੱਛਾ ਮੈਂ ਪਾਗਲ ਮੈਨੂੰ ਨਾ, ਹਾਂਜੀ ਕਿੱਥੇ ਅਸੀਂ ਪਹੁੰਚੇ, ਤੇਰੇ ਸ਼ਹਿਰ ਦੇ ਰੁੱਖਾ ਨਜ਼ਰ ਵੰਜਣ ਜੀ ਜੀ, ਅੱਠ ਪਾਰ ਰਿਆਜ਼ ਦੇ ਪੈ ਮੇਰੇ ਯਾਰ ਥਕੇੜੇ ਲੈ ਵੈਂਦੇ ਤੇ ਤੇਰਾ ਕੋਈ ਲੱਗਦਾ ਆ ਨਜ਼ਰ ਵੰਜੇ ਜੀ, ਅੱਠ ਪਾਰ ਰਿਆਜ਼ ਦੇ ਪੈ ਵੈਂਦੇ। ਵਾਹ ਵਾਹ ਵਾਹ। ਤੇਰਾ ਕੋਈ ਲੱਗਦਾ ਆ ਨਜ਼ਰ ਵੰਜੇ, ਅੱਠ ਪਾਰ ਰਿਆਜ਼ ਦੇ ਪੈ ਵੈਂਦੇ। ਇਹਦੇ ਨਾਲ ਜੀ ਮਾਈਆ ਜੇ ਕਿ ਪਾਣੀ ਖਾਲ ਤੂੰ ਮੈਂ ਪੀਵਾਂ, ਪਾਣੀ ਖਾਲ ਤੂੰ ਮੈਂ ਪੀਵਾਂ, ਜੱਗ ਉੱਤੇ ਤੂੰ ਜੀਵੇਂ ਤੇਰੀ ਆਸ ਤੇ ਮੈਂ ਜੀਵਾਂ। ਵਾਹ 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 ਕਿਆ ਬਾਤ, ਬਹੁਤ ਅੱਛਾ। ਬਹੁਤ ਅੱਛਾ। ਇਹ ਅਗਲੇ ਦਿਨ ਕਿਉਂਕਿ ਉਹ ਬਾਜ਼ ਦਫਾ ਹੁੰਦਾ ਨਾ ਕਿ ਤੁਸੀਂ ਆਪ ਇੱਕ ਅਹਿਮਦੀ ਦੂਸਰੇ ਅਹਿਮਦੀ ਨਾਲ ਗੱਲ ਪੇ ਕਰਦਾ ਹੋਵੇ ਤਾਂ ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਇੱਕ ਦੂਜੇ ਨੂੰ ਸਮਝ 'ਚ ਆ ਜਾਂਦੀਆਂ ਨੇ ਜੀ। ਉਹ ਚੌਈ ਸਾਹਿਬ ਜਿਹੜੇ ਨੇ ਉਹ ਇਸ ਕੈਫੀਅਤ ਨੂੰ ਲਿਵ ਕਰਦੇ ਸਨ ਉਹਦੇ ਵਿੱਚ ਰੱਬਾ 'ਚ ਨਾ, ਕਿ ਤੇਰਾ ਕੋਈ ਲੱਗਦਾ ਆ ਨਜ਼ਰ ਵੰਜੇ, ਅੱਠ ਪਾਰ ਰਿਆਜ਼ ਦੇ ਪੈ ਵੈਂਦੇ। ਫਿਰ ਸ਼ੇਰ ਦਾ ਹੁਸਨ ਹੀ ਦੁਬਾਲਾ ਹੋ ਜਾਂਦਾ ਹੈ। ਖਾਨਦਾਨੇ ਮਸੀਹ ਮੌਦ ਨਾਲ ਉਹਨਾਂ ਦਾ ਜਿਹੜਾ ਇੱਕ ਮੁਹੱਬਤ ਦਾ ਤਾਲੁਕ ਸੀ ਨਾ, ਤੇ ਮਤਲਬ ਉਹਦੇ ਚ ਜਿਹੜੀ ਉਹ ਇੰਸਪੀਰੇਸ਼ਨ ਔਰ ਉਹ ਕਸ਼ੀਦ ਕਰਦੇ ਸਨ ਤੇ ਉਸ ਕੈਫੀਅਤ ਚ ਰਹਿੰਦੇ ਸਨ। ਉਹ ਸਾਡੇ ਨਾਲੋਂ ਜ਼ਿਆਦਾ ਲੁਤਫ ਅੰਦੋਜ਼ ਹੁੰਦੇ ਸੀ ਨਾ। ਜੀ ਜੀ ਜੀ, ਇਹ ਗੱਲ ਚ ਕੋਈ ਸ਼ੱਕ ਨਹੀਂ। ਮੈਂ ਬਲਕਿ ਚੌਈ ਸਾਹਿਬ ਨੂੰ ਇੱਕ ਦਫਾ ਇੰਜ ਜਸਾਰਤ ਕਰ ਲਈ, ਮੈਂ ਆਖਿਆ ਜੀ
जिन्ने मीनिंग्स और जिन्नियां डायमेंशनस रियाज दे दौड़े चो तुसी कढ़दे हो इन्नियां हो सकदा खुद रियाज दे भी इलम च ना होण। हां बिल्कुल जी जेड़ा बड़ा मशहूर है गालिब नु हो सकदा उन्ना मैंने तो नहीं पता होवे ते ओ एनजीओ ਇਹਦੇ ਨਾਲ ਸੀ ਨਾ ਮਾਈ ਆ ਕੇ ਪਾਣੀ ਖਾਲ ਤੋਂ ਮੈਂ ਪੀਵਾਂ ਤੇ ਜੱਗ ਉੱਤੇ ਤੂੰ ਜੀਵੇਂ ਤੇਰੀ ਆਸ ਤੇ ਮੈਂ ਜੀਵਾਂ। ਉਹ ਅਗਲੇ ਦਿਨ ਇੱਕ ਦੋਸਤ ਨਾਲ ਗੱਲ ਪਈ ਹੋਵੇ ਤੇ ਮੈਂ ਆਖਿਆ ਕਿ ਗੱਲ ਇਹ ਵੇ ਕਿ ਬੰਦਿਆਂ ਨੂੰ ਆਪਣੀ ਆਪਣੀ ਜ਼ਿੰਦਗੀ ਤੇ ਉਹਦੀਆਂ ਆਰ ਜਿਹੜੇ ਨੇ ਉਹ ਸਾਰਿਆਂ ਨੂੰ ਅਜ਼ੀਜ਼ ਹੁੰਦੇ ਨੇ, ਸਾਰਿਆਂ ਨੂੰ ਪਸੰਦ ਹੁੰਦੇ ਨੇ, ਲੇਕਿਨ ਅਹਿਮਦੀਆਂ ਦਾ ਜਨਰਲੀ ਔਰ ਹਾਲਤ ਫਰਦ ਦਾ ਵੀ ਅਮੂਮੀ ਔਰ ਇਨਫਰਾਦੀ ਤੌਰ 'ਤੇ ਵੀ ਖਲੀਫਾ ਵਕਤ ਨਾਲ ਜਾਂ ਖਿਲਾਫਤ ਨਾਲ ਇੱਕ ਤਾਲੁਕ ਇਸ ਤਰ੍ਹਾਂ ਦਾ ਕਿ ਉਹ ਫਿਰ ਇਹ ਹੀ ਆਂਦੇ ਨੇ ਕਿ ਮਤਲਬ ਖਿਲਾਫਤ ਦੇ ਨੁਕਤਾ ਨਜ਼ਰ ਨਾਲ ਜਾਂ ਖਲੀਫਾ ਵਕਤ ਨੂੰ ਸਾਹਮਣੇ ਰੱਖਦੇ ਹੋਇਆ ਕਿ ਜੱਗ ਉੱਤੇ ਤੂੰ ਜੀਵੇਂ ਤੇਰੀ ਆਸ ਤੇ ਮੈਂ ਜੀਵਾਂ। ਨਾ ਬਿਲਕੁਲ ਜੀ ਬਿਲਕੁਲ ਜੀ। ਉਹ ਕੀ ਆਖਿਆ ਜੀ ਕਿ ਮੈਂ ਸੁਣੀ ਮਤ ਨਾ ਜੀ ਜੀ ਹੁਣ ਮੇਰੀ ਪਾਰੋਂ ਹਾਂ ਹਾਂ ਤੇ ਇੱਥੇ ਸਭ ਲੱਗਦੇ ਨਾਰਾਜ਼। ਇਹ ਲੱਗਦੇ ਜੇ ਜਿਹੜਾ ਮੈਂ ਤੁਹਾਨੂੰ ਉਦੋਂ ਆਖਿਆ ਸੀ ਨਾ ਕਿ ਤੁਸੀਂ ਲੱਗਦੇ ਨੂੰ ਨਹੀਂ ਕਹਿੰਦੇ ਤੁਸੀਂ ਇਹਦੀ ਵੀ ਦਰੁਸਤੀ ਕਰ ਲਓ ਬਾਦਸ਼ਾਹ। ਜੀ ਜੀ ਹਾਂਜੀ 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 ਜੀ ਬਸ ਸੁਣੀ ਮਤ ਨਾ ਹੁਣ ਮੇਰੀ ਪਾਰੋਂ ਤੇ ਇੱਥੇ ਸਭ ਲੱਗਦੇ ਨਾਰਾਜ਼ ਹੈ। ਜੀ ਜੀ ਬਦਨਾਮ ਨਾ ਹੋ ਮੇਰੀ ਸੰਗਤ ਦੇ ਵਿੱਚ ਨਾ ਚਾਹ ਕਹਿੰਦੇ ਇਤਰਾਜ਼ ਨਾ ਚਾਹ ਕਹਿੰਦੇ ਇਤਰਾਜ਼ ਹੈ। ਠੀਕ ਮੈਨੂੰ ਛੋੜ ਦੇ ਆਪਣੀ ਕਿਸਮਤ वाह ना हो सा मैं नाराज है आखी हर लगदे नु सौ आखी हर लगदे नु सौ जाके मेरा कुछ नहीं लग रहा। बिल्कुल ठीक है आखी हर लगदे नु सौ जाके मेरा कुछ नहीं लगदा रियाज कुछ नहीं लगदा रियाज ए ਤੁਹਾਡਾ ਥੋੜਾ ਜਿਹੜਾ ਨਾ ਇਹ ਮੈਂ ਅੱਗੇ ਇੱਕ ਪ੍ਰੋਗਰਾਮ ਚ ਸੁਣਾਇਆ ਸੀ ਤੇ ਅੱਜ ਅੱਛੀ ਖੁਸ਼ੋ ਖੁਰਮ ਤਰੀਕੇ ਨਾਲ ਜਨਾਬ ਅਸੀਂ ਦੋੜੇ ਦੇ ਹਵਾਲੇ ਨਾਲ ਗੱਲ ਚਲਾਈ ਹੈ ਅੱਗੇ ਤੇ ਅੱਗੇ ਮੈਂ ਅਮੂਮਨ ਨੇ ਚੂੰਕਿ ਪ੍ਰੋਗਰਾਮ ਕੱਲਿਆਂ ਕਰਨਾ ਵਾ ਤੇ ਹੁਣ ਅੱਜ ਤੁਹਾਡੀ ਸ਼ਮੂਲੀਅਤ ਨਾਲ ਵੇਖੀਏ ਸਾਡੇ ਸੁਣਨ ਵਾਲੇ ਔਰ ਵੇਖਣ ਵਾਲੇ ਜਿਹੜੇ ਨੇ ਉਹਨਾਂ ਦੀ ਤਬੀਅਤ ਦੇ ਉੱਤੇ ਮੁਸਬਤ ਜਾਂ ਕਿਸ ਤਰ੍ਹਾਂ ਦਾ ਅਸਰ ਹੁੰਦਾ ਉਹ ਫਿਰ ਆਪੇ ਪਤਾ ਲੱਗ ਜਾਏਗਾ। ਤੇ ਜੇ ਅਗਰ ਉਹਨਾਂ ਨੇ ਉਹ ਪੰਜਾਬੀ ਜਾਣਦੇ ਨਾ ਜੇ ਉਹਨਾਂ ਦੀ ਰੋਟੀ ਨੇ ਸਾਗ ਚੁੱਕ ਲਿਆ ਨਾ ਤੇ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਇੰਦਾ ਵੀ ਤਨਵੀਰ ਸਾਹਿਬ ਯਾਸੀਨ ਦੇ ਉੱਤੇ ਤਾਜ ਦੇ ਉੱਤੇ ਜਾਂ ਦੂਸਰੇ ਜਿਹੜੇ ਸ਼ਾਕਰ ਸ਼ੁਜਾਬਾਦੀ ਤੇ ਇਹਨਾਂ ਦੀਆਂ ਚੀਜ਼ਾਂ ਇਕੱਠੀਆਂ ਕਰਕੇ ਨਾ ਜੀ ਵਕਤਨ ਫਵਕਤਨ ਤੇ ਉਹ ਫਿਰ ਕਦੀ ਮਹੀਨੇ 6 ਹਫ਼ਤਿਆਂ ਬਾਅਦ ਇਕੱਠੇ ਬਹਿ ਜਾ ਕਰੀਏ ਤੇ ਇਹਦੇ ਤੇ ਕਦੀ ਨਾ ਕਦੀ ਗੱਲ ਹੋ ਜਾਣੀ ਚਾਹੀਦੀ ਹੈ। ਕੀ ਖਿਆਲ ਜੇ? इंशाल्लाह मुस्बत ही आएगा जवाब। चलो ते मैं जानता हूँ जो वो लिखेंगे जवाब कासिद के आते आते खाते और लिख रखूं मैं जानता हूँ जो वो लिखेंगे जवाब में। बिल्कुल ਇਹਦਾ ਸ਼ੇਰ ਦਾ ਨਾ ਲੁਤਫ ਦੁਬਾਲਾ ਹੋ ਜਾਂਦਾ ਜੀ। ਉਹ ਕੀ ਨਾਮ ਹੈ ਮੁਜੀਬਰ ਰਹਿਮਾਨ ਸਾਹਿਬ ਨੇ ਆਖਿਆ ਨਾ ਮੈਂ ਸ਼ਰੀ ਕੋਰਟ ਚ ਜਾਵਾਂ। ਅੱਛਾ खलीफतुल मसीह राबी ने पूछा ना। अच्छा अच्छा ते हजूर ने फरमाया कि बेशक आप जाएं पर मुझे तो गालिब का वो शेर याद आता है कि मैं कासिद के आते और लिख रखूं। बिल्कुल हाँ जी मैं जानता हूँ जो मैं जानता हूँ जो वो लिखेंगे जवाब। बिल्कुल क्योंकि वो जाहिर है चीज़ां डिसाइडेड होंदियां ने और वो उससे जी वही चीज़ ते भुगतदी है सोसाइटी हुण। उधर अमरीका च ਉਹ ਆਪਣੇ ਰੰਗ 'ਚ ਪੇ ਭੁਗਤਦੇ ਨੇ ਤੇ ਪਾਕਿਸਤਾਨ ਵਾਲੇ ਆਪਣੇ ਰੰਗ 'ਚ ਭੁਗਤਦੇ ਪਏ ਨੇ। ਅਹਿਸਾਸ ਕੋਈ ਨਹੀਂ ਕਿਉਂਕਿ ਜਿਹੜੇ ਵੇਲੇ ਹੱਥਾਂ ਦੀਆਂ ਦਿੱਤੀਆਂ ਹੁੰਦੀਆਂ ਨਾ ਜਿਹੜੀਆਂ ਗੰਢਾਂ ਉਹ ਅਗਰ ਪੀਚਣੀਆਂ ਗੰਢ ਹੋ ਜਾਏ ਨਾ ਪੀਚਵੀਂ ਲੱਗ ਜਾਏ ਗੰਢ ਤੇ ਉਹ ਫਿਰ ਉਂਗਲੀਆਂ ਜਾਂ ਨਵਾਂ ਨਾਲ ਨਹੀਂ ਖੁੱਲਦੀ ਉਹ ਫਿਰ ਦੰਦਾਂ ਨਾਲ ਖੋਲਣੀ ਪੈਂਦੀ ਹੈ। ਬਿਲਕੁਲ ਐਸਾ ਹੀ ਹੈ। ਹੱਥਾਂ ਦੀ ਉੱਥੇ ਮੁਹਾਵਰਾ ਬਣਿਆ ਨਾ ਕਿ ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਨੇ। ਲੋ ਜੀ ਅਸੀਂ ਹੁਣ ਆਪਣੇ ਨਾਜ਼ਰੀਨ ਕੋਲੋਂ ਇਜਾਜ਼ਤ ਲੈ ਲਈਏ ਕਿਉਂਕਿ ਪ੍ਰੋਗਰਾਮ ਦਾ ਹੁਣ ਤਕਰੀਬਨ 1 ਮਿੰਟ ਰਹਿ ਗਿਆ ਤੇ ਅਗਲੇ ਪ੍ਰੋਗਰਾਮ 'ਚ ਫਿਰ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਇਹ ਤਨਵੀਰ ਸਾਹਿਬ ਦਸਤਿਆਬ ਹੋ ਗਏ ਤੇ ਇਹ ਨਹੀਂ ਤੇ ਹੋਰ ਕਿਸੇ ਦੋਸਤ ਨੂੰ ਲੈ ਕੇ ਤੇ ਅਸੀਂ ਹੁਣ ਇਹ ਚਾਹੁੰਦੇ ਹਾਂ ਕਿ ਜਿਹੜਾ ਇਹ ਤਮਾਸ਼ੇ ਲਾਣੇ ਨੇ ਇਹਨਾਂ ਨੇ ਉਹ ਤੇ ਲੱਗੇ ਹੀ ਰਹਿਣੇ ਨੇ। ਲਿਹਾਜ਼ਾ ਕਿਸੇ ਨਾ ਕਿਸੇ ਹੱਦ ਤੱਕ ਐਟਲੀਸਟ ਅਸੀਂ ਇਹ ਜਿਹੜੇ ਥੋੜ੍ਹੇ ਨਾਜ਼ੁਕ ਔਰ ਡੈਲੀਕੇਟ ਮੌਜ਼ੂਆਤ ਨੇ ਔਰ ਜਿਹੜੇ ਬੇਸਿਕਲੀ ਜਮਾਲੀਆਤ ਦੇ ਸ਼ੋਬੇ ਨੇ ਜਿਹੜੇ ਲਿਸਾਨੀਆਤ ਦੇ ਸ਼ੋਬੇ ਨੇ ਲਫ਼ਜ਼ੀਆਤ ਦੇ ਨੇ ਜਿਨ੍ਹਾਂ ਦੇ ਨਾਲ ਬੰਦਿਆਂ ਦੀ ਸੋਚ ਔਰ ਬੰਦਿਆਂ ਦਾ ਰੱਖ ਰਖਾਓ ਬੰਦਿਆਂ ਦੀ ਤਹਿਜ਼ੀਬ ਇੰਡੀਕੇਟ ਹੁੰਦੀ ਹੈ ਉੱਥੋਂ ਜ਼ਾਹਿਰ ਹੁੰਦੀ ਹੈ ਉਹਦੇ ਵਾਸਤੇ ਵੀ ਨਾਲ ਸਾਨੂੰ ਇਹਨਾਂ ਦੇ ਕੋਲੋਂ ਟਾਈਮ ਖੋਣਾ ਪੈਣਾ ਉਂਝ ਤੇ ਇਹਨਾਂ ਦੇਣਾ ਕੋਈ ਨਹੀਂ ਕਿਉਂਕਿ ਮਾਮਲਾਤ ਨੇ ਬਹੁਤ ਸ਼ੁਕਰੀਆ
ਤਨਵੀਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਤਸ਼ਰੀਫ ਲਾਏ ਪ੍ਰੋਗਰਾਮ ਬੜੀ ਮਿਹਰਬਾਨੀ जी। अस्सलाम वालेकुम। ठीक है जी, वालेकुम सलाम। नहीं जी, आज साढ़े नाल प्रोग्राम में सन तनवीर साहब, ये चूँकि दौड़े की सिनफ के उत्ते बड़ा लंबा चौड़ा काम इन्हों का, और काफ़ी अच्छिया चीज़ां लभ के देंगे ने, तो प्रोग्राम का ज़्यादातर वक्त साड़ी बामी गुफ्तगू लंघ गया। मौजू की ग्रिप जिहड़ी सी वो दौड़े नाल रही है, और समाजी और सियासी मौजूआत जिहड़े ने उन्हां वास्ते फिर अगले प्रोग्राम में सही। फ़िलहाल इजाज़त लेने, फ़ी अमान अल्लाह। अस्सलाम वालेकुम।